ਹਸਤ ਖੇਲਤ ਤੇਰੇ ਦੇਹੁਰੇ ਆਇਆ। ਅਗਲਾ ਪ੍ਰਸੰਗ। ਸਨ 1993 ਵਿੱਚ ਇੱਕ ਸਰਬ ਧਰਮ ਸੰਮੇਲਨ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਹੋਇਆ ਸੀ। ਭਲਾ ਸੋਚੋ ਕਿ ਸਾਰੇ ਧਰਮਾਂ ਦੇ ਵੱਡੇ ਵੱਡੇ ਜਥੇਦਾਰ, ਪੋਪ, ਸਵਾਮੀ, ਸ਼ੇਖ ਤੇ ਆਚਾਰੀਆ ਧਰਮ ਦੀਆਂ ਬਾਤਾਂ ਕਰਨ ਵਾਸਤੇ ਹੋਟਲ ਨੂੰ ਕਿਉਂ ਚੁਣਦੇ ਨੇ ਭਲਾ? ਉਹ ਵੀ ਅਸ਼ੋਕਾ ਹੋਟਲ ਦਿੱਲੀ ਦੇ ਸਭ ਤੋਂ ਮਹਿੰਗੇ ਹੋਟਲਾਂ ਵਿੱਚੋਂ ਇੱਕ ਹੋਟਲ ਹੈ। ਆਪਣੇ ਲੋਕਾਂ ਵੱਲੋਂ ਦਾਨ ਵਿੱਚ ਦਿੱਤਾ ਪੈਸਾ ਹੋਟਲਾਂ ਵਿੱਚ ਇਹ ਕਿਉਂ ਬਰਬਾਦ ਕਰਦੇ ਨੇ ਭਲਾ? ਲੋਕਾਂ ਨੂੰ ਸਾਦਗੀ ਦਾ ਦਿਨ ਰਾਤ ਉਪਦੇਸ਼ ਕਰਨ ਵਾਲੇ ਖੁਦ ਸਾਦੇ ਕਿਉਂ ਨਹੀਂ ਰਹਿੰਦੇ? ਇਹ ਗੱਲ ਮੈਂ ਕਿਸੇ ਤੋਂ ਸੁਣ ਕੇ ਨਹੀਂ ਲਿਖ ਰਿਹਾ, ਸਗੋਂ ਉਸ ਸੰਮੇਲਨ ਵਿੱਚ ਮੈਂ ਖੁਦ ਸ਼ਾਮਲ ਸੀ। ਅਕਾਲ ਤਖਤ ਦੇ ਸੇਵਾਦਾਰ ਭਾਈ ਮਨਜੀਤ ਸਿੰਘ ਦੇ ਨਾਲ ਮੇਰੀ ਡਿਊਟੀ ਲੱਗੀ ਹੋਈ ਸੀ ਬਤੌਰ ਪੀਏ। ਸਰਬ ਧਰਮ ਸੰਮੇਲਨ ਮੰਦਰ ਵਿੱਚ ਰੱਖ ਲੈਂਦੇ, ਗੁਰਦੁਆਰੇ ਜਾਂ ਮਸਜਿਦ ਵਿੱਚ ਰੱਖ ਲੈਂਦੇ। ਧਰਮ ਸੰਮੇਲਨ ਧਰਮ ਅਸਥਾਨ ਵਿੱਚ ਨਹੀਂ ਰੱਖਿਆ। ਕਾਰਨ ਸੀ ਕਿ ਧਰਮਾਂ ਵਿੱਚ ਬਹੁਤ ਮਤਭੇਦ ਹਨ, ਕੱਟੜਤਾ ਹੈ, ਦੁਸ਼ਮਣੀ ਹੈ, ਦੂਰੀਆਂ ਹਨ। ਪੂਰਾ ਖਤਰਾ ਸੀ ਕਿ ਜਿਸ ਧਰਮ ਸਥਾਨ ਵਿੱਚ ਇਕੱਠ ਰੱਖ ਦਿੱਤਾ ਉਸ ਦੇ ਪੈਰੋਕਾਰਾਂ ਨੇ ਸੁਣਨ ਵਾਸਤੇ ਆਉਣਾ ਹੈ। ਕਿਸੇ ਟਿੱਪਣੀ ਤੋਂ ਨਾਰਾਜ਼ਗੀ ਪੈਦਾ ਹੋ ਸਕਦੀ ਹੈ, ਫਿਰ ਨੌਬਤ ਲੜਾਈ ਝਗੜੇ ਤੱਕ ਪਹੁੰਚ ਸਕਦੀ ਹੈ। ਛੱਡੋ ਜੀ, ਕਿਉਂ ਖਤਰਾ ਸਹੇੜਨਾ ਹੈ? ਸਾਰੇ ਵੱਡੇ ਧਰਮੀ ਪੁਰਖ ਹੋਟਲ ਵਿੱਚ ਧਾਰਮਿਕ ਚਰਚਾ ਕਰਨ ਵਾਸਤੇ ਇਕੱਠੇ ਹੋ ਗਏ ਜੀ। ਅਕਾਲ ਤਖਤ ਦੇ ਸੇਵਾਦਾਰ ਭਾਈ ਮਨਜੀਤ ਸਿੰਘ ਨੇ ਰਜਨੀਸ਼ ਓਸ਼ੋ ਦਾ ਰਿਕਾਰਡ ਕੀਤਾ ਲੈਕਚਰ ਯਾਦ ਕਰਕੇ ਸਾਰਿਆਂ ਨੂੰ ਸੁਣਾ ਦਿੱਤਾ। ਮੈਂ ਓਸ਼ੋ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਚੁੱਕਿਆ ਹਾਂ, ਇਸ ਲਈ ਮੈਂ ਚੋਰੀ ਪਕੜ ਲਈ। ਲੈਕਚਰ ਦਾ ਭਾਵ ਸੀ, ਸੰਸਾਰ ਇੱਕ ਜੰਗਲ ਵਾਂਗ ਹੈ। ਇਸ ਵਿੱਚ ਵੱਢ ਖਾਣੇ ਜਾਨਵਰ ਹਨ, ਹਨੇਰਾ ਹੈ, ਕੰਡੇ ਹਨ, ਰਸਤਾ ਕੋਈ ਨਹੀਂ ਹੈ। ਮਹਾਂਪੁਰਖ ਜੰਗਲ ਨੂੰ ਸੰਵਾਰ ਕੇ ਬਾਗ ਵਾਂਗ ਸਜਾ ਦਿੰਦੇ ਹਨ। ਬਾਗ ਵਿੱਚ ਫੁੱਲ ਹਨ, ਮਹਿਕਾਂ ਹਨ, ਖੁਸ਼ੀਆਂ ਹਨ। ਇਸੇ ਤਰ੍ਹਾਂ ਸਾਡੇ ਜੀਵਨ ਦੀ ਵਿਧੀ ਹੋਣੀ ਚਾਹੀਦੀ ਹੈ, ਜੰਗਲ ਵਰਗੀ ਨਹੀਂ, ਬਾਗ ਵਰਗੀ ਹੋਣੀ ਚਾਹੀਦੀ ਹੈ। ਗੁਰਬਾਣੀ ਵਿੱਚੋਂ ਕੋਈ ਪ੍ਰਮਾਣ ਜਥੇਦਾਰ ਨੇ ਨਾ ਦਿੱਤਾ। ਗੁਰੂ ਸਾਹਿਬਾਨ ਦਾ ਕਿਧਰੇ ਨਾਮ ਤੱਕ ਨਾ ਲਿਆ ਜਥੇਦਾਰ ਨੇ। ਜਥੇਦਾਰ ਦੂਜੇ ਧਰਮੀ ਪੁਰਖਾਂ ਨਾਲ ਵੱਖਰੇ ਕਮਰੇ ਵਿੱਚ ਜ਼ਰੂਰੀ ਵਿਚਾਰਾਂ ਕਰਨ ਬੈਠ ਗਏ। ਮੈਂ ਅਤੇ 2-3 ਹੋਰ ਜਿਹੜੇ ਨਾਲ ਸੇਵਾਦਾਰ ਸੀ, ਅਸੀਂ ਰਲ ਮਿਲ ਕੇ ਖਾਣੇ ਤੇ ਹੱਲਾ ਬੋਲ ਦਿੱਤਾ। ਇੰਨੇ ਵੱਡੇ ਹੋਟਲ ਵਿੱਚ ਇੰਨੇ ਮਹਾਨ ਧਰਮੀ ਪੁਰਖਾਂ ਵਾਸਤੇ ਖਾਣਾ ਵੀ ਤਾਂ ਉਸੇ ਉੱਚੇ ਪੱਧਰ ਦਾ ਸੀ ਨਾ। ਫਿਰ ਹੋਰ ਚੀਜ਼ਾਂ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਸੀ। ਥੋੜ੍ਹੀਆਂ ਥੋੜ੍ਹੀਆਂ ਅਸੀਂ ਖਾਧੀਆਂ। ਬਸ ਸਾਨੂੰ ਤਾਂ ਕਈ ਪ੍ਰਕਾਰ ਦਾ ਮੀਟ ਬਣਿਆ ਦਿਸ ਪਿਆ ਤੇ ਸਾਨੂੰ ਚਾਅ ਚੜ੍ਹ ਗਿਆ। ਨਾਲੇ ਹੈਰਾਨੀ ਹੋਈ ਕਿ ਧਰਮੀ ਪੁਰਖਾਂ ਵਾਸਤੇ ਮੀਟ, ਇਹ ਤੇ ਕਮਾਲ ਹੈ। ਇੱਥੇ ਕੋਈ ਝਗੜਾ ਨਹੀਂ, ਖਾਓ ਚਾਹੇ ਨਾ ਖਾਓ, ਇੱਕੋ ਥਾਵੇਂ ਪਰੋਸਿਆ ਪਿਆ ਸੀ ਸਾਰਾ ਕੁਝ। ਅਸੀਂ ਤਾਂ ਅਗੇਤਾ ਹੀ ਮੋਰਚਾ ਫਤਿਹ ਕਰ ਲਿਆ। ਪਰ ਬਾਹਰ ਆ ਕੇ ਜਥੇਦਾਰ ਦੇ ਮੱਥੇ ਵਿੱਚ ਤਿਉੜੀਆਂ ਪੈ ਗਈਆਂ, ਅੱਖਾਂ ਦੇ ਡੇਲੇ ਲਾਲ ਹੋ ਗਏ, ਕਿਉਂਕਿ ਉਹਨੇ ਸਾਨੂੰ ਮੀਟ ਖਾਂਦਿਆਂ ਨੂੰ ਵੇਖ ਲਿਆ ਸੀ। ਮੀਟ ਖਾਣ ਦੀ ਬੱਜਰ ਕੁਰਾਇਤ ਬਦਲੇ ਸਾਨੂੰ ਕਾਫੀ ਉਸਨੇ ਸਲੋਕ ਸੁਣਾ ਦਿੱਤੇ। ਜਦੋਂ ਮੈਂ ਕਿਹਾ ਕਿ ਬਾਕੀ ਸਾਰੇ ਧਰਮਾਂ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ, ਬਣਾ ਕੇ ਬਾਕੀ ਖਾਣੇ ਦੇ ਨਾਲ ਰੱਖਿਆ ਹੋਇਆ ਹੈ, ਗੁਰਮਿਤ ਵਿੱਚ ਕਿਧਰੇ ਨਹੀਂ ਲਿਖਿਆ ਕਿ ਮੀਟ ਦੀ ਮਨਾਹੀ ਹੈ, ਤੁਸੀਂ ਕਿਉਂ ਗਲਤ ਗੱਲ 'ਤੇ ਨਜ਼ਲਾ ਝਾੜ ਰਹੇ ਹੋ? ਤੇ ਜਥੇਦਾਰ ਬੋਲਿਆ, ਬਹੁਤਾ ਨਾ ਬੋਲ ਭਾਈ ਇੰਦਰ ਸਿੰਘ, ਆਪਣੀ ਹੱਦ ਵਿੱਚ ਰਹਿ, ਕਹਿ ਕੇ ਮੈਨੂੰ ਚੁੱਪ ਕਰਵਾ ਦਿੱਤਾ। ਅਸੀਂ ਮੀਸਣੇ ਜਿਹੇ ਬਣ ਕੇ ਗੱਡੀ ਵਿੱਚ ਬੈਠ ਗਏ। ਦਿੱਲੀ ਕਮੇਟੀ ਵਿੱਚ ਜਥੇਦਾਰ ਮਨਜੀਤ ਸਿੰਘ ਦੀ ਸਿਫਾਰਿਸ਼ ਨਾਲ ਇੱਕ ਸਿੰਘ ਭਾਈ ਪ੍ਰਚਾਰਕ ਲੱਗ ਗਿਆ ਸੀ। ਥੋੜ੍ਹੇ ਸਮੇਂ ਮਗਰੋਂ ਦਿੱਲੀ ਕਮੇਟੀ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਦਾ ਹੈੱਡ ਪ੍ਰਚਾਰਕ ਬਣਾ ਦਿੱਤਾ। ਚੰਗੀ ਚੋਖੀ ਤਨਖਾਹ, ਮਾਣ ਤਾਣ ਵਾਧੂ। ਉਹ ਤਾਂ ਫੁੱਲਿਆ ਫਿਰੇ, ਜਿੱਥੇ ਕਮੇਟੀ ਵੱਲੋਂ ਹੁਕਮ ਮਿਲੇ ਬੋਲਣ ਵਾਸਤੇ ਚਲਾ ਜਾਇਆ ਕਰੇ। ਕਥਾ ਲੈਕਚਰ ਵਾਲੀ ਧਰਮ ਪ੍ਰਚਾਰ ਸੇਵਾ ਤਾਂ ਅਨਪੜ੍ਹ ਸਾਧ ਬਥੇਰੀ ਕਰੀ ਜਾਂਦੇ ਹਨ। ਜਿੰਨੀ ਮਰਜ਼ੀ ਸਟੇਜ 'ਤੇ ਕੜੀ ਘੋਲੀ ਜਾਣ, ਮਨਮਤੀ ਜਾਂ ਅਨਮਤੀ ਕਹਾਣੀਆਂ ਸੁਣਾਈ ਜਾਣ, ਕਿਹੜਾ ਕਿਸੇ ਨੇ ਰੋਕਣਾ ਹੈ? ਸੰਗਤਾਂ ਦਾ ਤੇ ਪ੍ਰਬੰਧਕਾਂ ਦਾ ਗੁਰਬਾਣੀ ਵੱਲੋਂ ਸਮਝੋ ਜਨਾਜ਼ਾ ਹੀ ਨਿਕਲਿਆ ਪਿਆ ਹੈ। ਇਸ ਗਿਆਨੀ ਦੀ ਗੱਡੀ ਰਿੜ੍ਹਦੀ ਗਈ। ਜਥੇਦਾਰ ਆਪਣੀ ਪਹਿਲੀ ਹੋਈ ਬੁਕਿੰਗ 'ਤੇ ਜਹਾਜ਼ 'ਤੇ ਸਵਾਰ ਹੋ ਕੇ 4 ਦਿਨਾਂ ਵਾਸਤੇ ਕਿਸੇ ਬਾਹਰਲੇ ਸੂਬੇ ਵਿੱਚ ਚਲਾ ਗਿਆ।
ਅਸੀਂ ਸਾਰੇ ਸੇਵਾਦਾਰ ਦਿੱਲੀ ਠਹਿਰੇ ਹੋਏ ਸਾਂ। ਦਿੱਲੀ ਵਿੱਚ ਹੀ ਇੱਕ ਸਰਬ ਧਰਮ ਸੰਮੇਲਨ ਹੋ ਰਿਹਾ ਸੀ ਦੁਬਾਰਾ ਫੇਰ। ਜਦੋਂ ਜਥੇਦਾਰ ਉੱਥੇ ਹਾਜ਼ਰੀ ਨਾ ਭਰ ਸਕਿਆ ਤਾਂ ਉਸ ਦੀ ਥਾਂ ਗਿਆਨੀ ਸਿੰਘ ਨੂੰ ਬੁਲਾ ਲਿਆ ਗਿਆ। ਇਸ ਦੇ ਤਾਂ ਬੁਲਾਵਾ ਆਉਣ 'ਤੇ ਤੋਤੇ ਉੜ ਗਏ। ਕਮੇਟੀ ਵਾਲਿਆਂ ਨੂੰ ਬੇਨਤੀ ਕੀਤੀ ਕਿ ਮੈਂ ਅਜਿਹੇ ਵੱਡੇ ਸਮਾਗਮਾਂ ਵਿੱਚ ਕਦੇ ਬੋਲਿਆ ਨਹੀਂ, ਮੈਨੂੰ ਤੁਸੀਂ ਉੱਥੇ ਨਾ ਭੇਜੋ। ਪ੍ਰਧਾਨ ਆਖੇ ਕਿ ਤੂੰ ਸਾਡਾ ਹੈੱਡ ਪ੍ਰਚਾਰਕ ਫਿਰ ਕਾਹਦੇ ਵਾਸਤੇ ਬਣਿਆ ਫਿਰਦਾ ਹੈ? ਜੇ ਕੁਝ ਨਹੀਂ ਆਉਂਦਾ ਫਿਰ ਅਸਤੀਫਾ ਲਿਖ ਕੇ ਦੇ ਦੇ। ਇੰਨੀ ਸਾਰੀ ਤੈਨੂੰ ਤਨਖਾਹ ਕਾਹਦੇ ਵਾਸਤੇ ਦਿੰਨੇ ਆ? ਇਸ ਦੇ ਦੱਬੇ ਘੁੱਟੇ ਨੇ ਧਰਮ ਸੰਮੇਲਨ ਵਿੱਚ ਬੋਲਣ ਵਾਸਤੇ ਜਾਣਾ ਮੰਨ ਲਿਆ। ਬੜਾ ਘਬਰਾਇਆ ਹੋਇਆ ਗਿਆਨੀ ਸਿੰਘ ਮੇਰੇ ਕੋਲ ਆ ਗਿਆ। ਮੈਨੂੰ ਸਾਰੀ ਹੋਈ ਬੀਤੀ ਸੁਣਾਈ। ਅਖੇ ਮੈਨੂੰ ਇਸ ਧਰਮ ਸੰਕਟ ਵਿੱਚੋਂ ਕੱਢੋ। ਧਰਮ ਸੰਮੇਲਨ ਵਿੱਚ ਹਿੰਦੂ, ਬੋਧੀ, ਜੈਨੀ ਅਤੇ ਸਿੱਖ ਸਾਰੇ ਹੀ ਆਉਣਗੇ। ਸਿੱਖਾਂ ਵੱਲੋਂ ਸਾਂਝੀਆਂ ਵਿਚਾਰਾਂ ਕਰਨ ਵਾਸਤੇ ਮੈਨੂੰ ਭੇਜਿਆ ਜਾ ਰਿਹਾ ਹੈ। ਮੈਂ ਕਦੇ ਅਜਿਹੇ ਇਕੱਠਾਂ ਵਿੱਚ ਬੋਲਿਆ ਨਹੀਂ। ਮੈਨੂੰ ਅਜਿਹੇ ਸਾਂਝੇ ਨੁਕਤੇ ਲਿਖਵਾਓ ਜਿਨ੍ਹਾਂ 'ਤੇ ਆਧਾਰਿਤ ਮੈਂ ਉੱਥੇ ਲੈਕਚਰ ਕਰ ਸਕਾਂ। ਮੇਰੀ ਜਿੰਨੀ ਸਮਝ ਸੀ ਉਸ ਮੁਤਾਬਕ ਮੈਂ ਗਿਆਨੀ ਸਿੰਘ ਦਾ ਲੈਕਚਰ ਤਿਆਰ ਕਰਵਾ ਦਿੱਤਾ। ਸਾਰੀ ਤਿਆਰੀ ਤੇ 2-3 ਘੰਟੇ ਲੱਗ ਗਏ। ਲੈਕਚਰ ਤਿਆਰ ਕਰਵਾ ਕੇ ਮੈਂ ਕਹਿ ਦਿੱਤਾ, ਗਿਆਨੀ ਜੀ, ਕਿੰਨਾ ਦੁਖਦਾਈ ਪਹਿਲੂ ਹੈ ਕਿ ਸਿਫਾਰਸ਼ਾਂ ਨਾਲ ਅਣਜਾਣ ਬੰਦੇ ਵੱਡੇ ਅਹੁਦਿਆਂ 'ਤੇ ਪਹੁੰਚ ਜਾਂਦੇ ਹਨ। ਅਜਿਹੇ ਲੋਕਾਂ ਨੇ ਧਰਮ ਦਾ ਜਾਂ ਸਮਾਜ ਦਾ ਕੀ ਭਲਾ ਕਰਨਾ ਹੋਇਆ? ਗਿਆਨੀ ਜੀ ਅੱਗ ਬਬੂਲਾ ਹੋ ਗਿਆ। ਮੱਥੇ ਵਿੱਚ ਤਿਉੜੀਆਂ ਪੈ ਗਈਆਂ। ਮੇਰੇ ਵੱਲ ਮਾਨੋ ਅੱਗ ਦੇ ਬਾਣ ਛੱਡਦਾ ਹੋਇਆ ਬੋਲਿਆ, ਤੁਸੀਂ ਆਪਣੇ ਆਪ ਨੂੰ ਵੱਡੇ ਵਿਦਵਾਨ ਸਮਝਦੇ ਹੋ। ਇਸ ਵਿਦਵਤਾ ਦਾ ਕੀ ਕਰਨਾ ਹੈ ਜੇ ਚੰਗਾ ਅਹੁਦਾ ਨਹੀਂ ਦਬਾ ਸਕੀ? ਪੜ੍ਹਾਈਆਂ ਕਰੋ ਤੇ ਸੜਕਾਂ 'ਤੇ ਖਾਕ ਛਾਣਦੇ ਫਿਰੋ। ਤੁਸੀਂ ਮੈਨੂੰ ਵਿਦਵਾਨ ਨਹੀਂ ਮੰਨਦੇ, ਨਾ ਮੰਨੋ। ਵੱਡਾ ਅਹੁਦਾ ਤਾਂ ਮੇਰੇ ਕੋਲ ਹੀ ਹੈ। ਵੱਡੇ ਅਹੁਦੇ ਲੈਣ ਵਾਸਤੇ ਵੱਡੀਆਂ ਕਲਾਬਾਜ਼ੀਆਂ ਸਿੱਖਣੀਆਂ ਪੈਂਦੀਆਂ ਨੇ। ਗਿਆਨੀ ਸਿੰਘ ਮੇਰੀ ਬੋਲਤੀ ਬੰਦ ਕਰਕੇ ਆਉ ਗਿਆ ਤੇ ਆਉ ਗਿਆ। ਮੈਂ ਸੋਚਦਾ ਹੀ ਰਹਿ ਗਿਆ ਕਿ ਹੁਣ ਇੱਥੇ ਰੋਵਾਂ ਮੈਂ ਕਿ ਹੱਸਾਂ, ਭਲਾ ਕੀ ਕਰਾਂ, ਕਿਉਂਕਿ ਮੈਂ ਹੀ ਉਹਨੂੰ ਸਾਰਾ ਕੁਝ ਸਿਖਾਇਆ ਤੇ ਮੇਰੀ ਉਹ ਲਾਪਾ ਕਰਕੇ ਹੋ ਗਿਆ ਤੇ ਹੋ ਗਿਆ। ਆਖੋ ਸਤਨਾਮ।